ਰਾਜਪਾਲ ਨੂੰ ਮਿਲਿਆ ਹਵਾਲਾ ਕਮੇਟੀ ਦਾ ਵਫਦ। ਸਜ਼ਾ ਪੂਰੀ ਕਰ ਚੁੱਕੇ 12 ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ। ਰਾਜਪਾਲ ਨੇ ਰਾਸ਼ਟਰਪਤੀ ਨੂੰ ਫਾਈਲ ਭੇਜਣ ਦੀ ਕਹੀ ਗੱਲ। ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਫੇਰੀ ਤੇ ਰਾਜਾ ਵੜਿੰਗ। ਅੰਮ੍ਰਿਤਸਰ ਦੇ ਵਿੱਚ ਸਥਾਨਕ ਆਗੂਆਂ ਅਤੇ ਕੌਂਸਲਰਾਂ ਦੇ ਨਾਲ ਕੀਤੀ ਮੁਲਾਕਾਤ, ਪਰ ਨਵਜੋਤ ਸਿੱਧੂ ਸ਼ਹਿਰ ਤੋਂ ਬਾਹਰ। ਸਮਰਾਲਾ ਦੇ ਵਿੱਚ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਸਿੱਧੂ ਨੇ ਕੀਤੀ ਮੀਟਿੰਗ। ਕਾਂਗਰਸ ਦੇ ਕਈ ਸਾਬਕਾ ਵਿਧਾਇਕ ਵੀ ਨਾਲ। ਕਾਂਗਰਸ ਤੋਂ ਬਾਹਰ ਕੀਤੇ ਗਏ ਸਨ ਢਿੱਲੋਂ। ਕੇਂਦਰ ਦੀਆਂ ਟੀਮਾਂ ਦੇ ਵੱਲੋਂ ਪੰਜਾਬ ਦੀਆਂ ਮੰਡੀਆਂ ਦੇ ਦੌਰੇ ਜਾਰੀ। ਮੋਗਾ ਦੇ ਵਿੱਚ ਮਾਹਰਾਂ ਨੇ ਲਏ ਕਣਕ ਦੇ ਸੈਂਪਲ। 1-2 ਦਿਨਾਂ ਦੇ ਵਿੱਚ ਸੌਂਪ ਸਕਦੇ ਨੇ ਆਪਣੀ ਰਿਪੋਰਟ। ਰੋਪੜ ਟ੍ਰਿਪਲ ਮਰਡਰ ਤੋਂ ਬਾਅਦ ਗਾਇਬ ਪਰਿਵਾਰ ਦੇ ਚੌਥੇ ਜੀ ਦੀ ਐਕਟਿਵਾ ਬਰਾਮਦ। ਝਾੜੀਆਂ ਦੇ ਵਿੱਚੋਂ ਹੋਈ ਬਰਾਮਦਗੀ। ਪ੍ਰਭਜੋਤ ਸਿੰਘ ਦਾ ਅਜੇ ਤੱਕ ਨਹੀਂ ਕੋਈ ਸੁਰਾਗ। ਮਾਰੇ ਗਏ ਬਜ਼ੁਰਗ ਪਤੀ ਪਤਨੀ ਦਾ ਬੇਟਾ ਹੈ ਪ੍ਰਭਜੋਤ। ਐਂਟੀ ਗੈਂਗਸਟਰ ਟਾਸਕ ਫੋਰਸ ਦਾ ਵੱਡਾ ਐਕਸ਼ਨ। ਪਟਿਆਲਾ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ ਕਾਰਵਾਈ। ਦੇਹਰਾਦੂਨ ਤੋਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਐਸਐਫਜੇ ਦੀ ਇੱਕ ਹੋਰ ਹਿਮਾਕਤ। ਪੰਨੂ ਨੇ ਵੀਡੀਓ ਜਾਰੀ ਕਰਕੇ ਹਰਿਆਣਾ ਸਰਕਾਰ ਨੂੰ ਦਿੱਤੀ ਧਮਕੀ। 29 ਅਪ੍ਰੈਲ ਨੂੰ ਡੀਸੀ ਦਫ਼ਤਰਾਂ ਤੇ ਖਾਲਿਸਤਾਨੀ ਝੰਡੇ ਲਗਾਉਣ ਦੀ ਕਹੀ ਗੱਲ। ਲਵ ਮੈਰਿਜ ਦਾ ਹੋਇਆ ਖੌਫਨਾਕ ਅੰਤ। ਅੰਮ੍ਰਿਤਸਰ 'ਚ ਸ਼ਖਸ ਨੇ ਕੀਤਾ ਪਤਨੀ ਦਾ ਕਤਲ। ਪੁਲਿਸ ਨੂੰ ਗੋਹੇ 'ਚ ਦੱਬੀ ਹੋਈ ਮਿਲੀ ਲਾਸ਼। ਪਤਨੀ ਨੇ ਨਹੀਂ ਬੁਲਾਇਆ ਵਿਦੇਸ਼ ਤਾਂ ਸੰਗਰੂਰ ਦੇ ਸ਼ਖਸ ਨੇ ਵਿਚੋਲੇ ਦੇ ਨੌਜਵਾਨ ਬੇਟੇ ਨੂੰ ਕੀਤਾ ਅਗਵਾ। 26 ਲੱਖ ਦੀ ਕੀਤੀ ਰਿਮਾਂਡ। ਪੁਲਿਸ ਦੀ ਮੁਸਤੈਦੀ ਦੇ ਨਾਲ ਬਚਿਆ ਬੇਟਾ, ਮੁਲਜ਼ਮ ਫਰਾਰ। ਚੋਣਾਂ ਤੋਂ ਪਹਿਲਾਂ ਹਿਮਾਚਲ ਦਿਵਸ ਤੇ ਸੀਐਮ ਨੇ ਕੀਤੇ ਵੱਡੇ ਐਲਾਨ। ਮਹਿਲਾਵਾਂ ਦੇ ਬੱਸ ਕਿਰਾਏ ਦੇ ਵਿੱਚ 50% ਛੋਟ। 125 ਯੂਨਿਟ ਬਿਜਲੀ ਫ੍ਰੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ ਕਪੂਰਥਲਾ ਤੋਂ। ਇੱਕ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਕਪੂਰਥਲਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ। ਸੰਤ ਗੁਰਚਰਨ ਸਿੰਘ ਦੇ ਸੰਸਕਾਰ ਵੇਲੇ ਜ਼ਬਰਦਸਤ ਹੰਗਾਮਾ ਹੋਇਆ। ਵਿਵਾਦ ਕਾਰਨ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਨੇ ਉਹ ਵੀ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ, ਯਾਨੀ ਕਿ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਿਆ ਹੁਣ ਤੱਕ। ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ। ਤੇ ਕਪੂਰਥਲਾ ਤੋਂ ਖਬਰ ਹੈ, ਉੱਥੇ ਜ਼ਬਰਦਸਤ ਵਿਵਾਦ ਹੋਇਆ, ਹੰਗਾਮਾ ਹੋਇਆ। ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸੰਤ ਗੁਰਚਰਨ ਸਿੰਘ ਦੇ ਸੰਸਕਾਰ ਵੇਲੇ ਹੰਗਾਮਾ ਹੋਇਆ। ਵਿਵਾਦ ਕਾਰਨ ਅੰਤਿਮ ਸੰਸਕਾਰ ਵੀ ਨਹੀਂ ਹੋ ਸਕਿਆ। ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਉੱਥੇ ਮੌਜੂਦ ਸਨ, ਜਿਨ੍ਹਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਨਾ ਪਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੋਈ ਹੈ। ਮਾਮਲੇ ਨੂੰ ਸੁਲਝਾਉਣ ਦੀ, ਸ਼ਾਂਤ ਕਰਵਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਪੁਲਿਸ ਜ਼ਰੂਰ ਲੱਗੀ ਹੋਈ ਹੈ, ਪਰ ਦੋ ਧਿਰਾਂ ਆਪਸ ਦੇ ਵਿੱਚ ਭਿੜਦੀਆਂ ਹੋਈਆਂ ਨਜ਼ਰ ਆਈਆਂ ਨੇ। ਬਹਿਸਬਾਜ਼ੀ, ਧੱਕਾ ਮੁੱਕੀ ਹੁੰਦੀ ਹੋਈ ਕਪੂਰਥਲਾ ਦੇ ਵਿੱਚ ਨਜ਼ਰ ਆਈ ਹੈ। ਬਾਬਾ ਜੀ ਕਾਹਤੋਂ ਇਹ ਗੱਲ ਪੈ ਸੰਗਤ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਨੇ ਕਪੂਰਥਲਾ ਤੋਂ ਜਗਜੀਤ ਧੰਜੂ। ਜਗਜੀਤ, ਜਾਣਨਾ ਚਾਹਾਂਗੇ, ਪਹਿਲਾਂ ਸਮਝਾਓ ਮਾਮਲਾ ਕੀ ਹੈ, ਵਿਵਾਦ ਦੀ ਵਜ੍ਹਾ ਕੀ ਹੈ, ਉੱਥੇ ਕੀ ਕੁਝ ਹੋਇਆ ਹੈ? ਬਿਲਕੁਲ ਗੌਰਵ, ਸਭ ਤੋਂ ਪਹਿਲਾਂ ਦੱਸ ਦਿੰਦਾ ਕਿ ਜਿਹੜਾ ਇਹ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਿੰਡ ਠੱਟਾ ਵਿਖੇ ਇਲਾਕੇ ਦੇ ਵਿੱਚ ਇੱਕ ਵੱਡਾ ਇਤਿਹਾਸ ਹੈ। ਸੰਤ ਗੁਰਚਰਨ ਸਿੰਘ ਜਿਹੜੇ ਉਹਨਾਂ ਦਾ ਇੱਕ ਇਲਾਕੇ ਦੇ ਵਿੱਚ ਵੱਡਾ ਦੇਣ ਹੈਗੀ ਆ, ਇਲਾਕੇ ਦੇ ਵਿੱਚ ਵੱਡਾ ਨਾਮ ਮੰਨਿਆ ਜਾਂਦਾ ਹੈ। ਕੱਲ ਉਹਨਾਂ ਦਾ ਅਕਾਲ ਚਲਾਣਾ ਹੁੰਦਾ ਵਾ, ਤਾਂ ਉਸ ਤੋਂ ਬਾਅਦ ਜਦੋਂ ਅੱਜ ਉਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਉੱਥੇ ਇਹਨਾਂ ਦਾ ਸੰਸਕਾਰ ਕੀਤਾ ਜਾਣਾ ਸੀ, ਤਕਰੀਬਨ 11 ਵਜੇ ਦੇ ਕਰੀਬ ਸੰਸਕਾਰ ਹੋਣਾ ਸੀ, ਤਾਂ ਉਸ ਤੋਂ ਪਹਿਲਾਂ ਜਦੋਂ ਅਰਦਾਸ ਹੁੰਦੀ ਹੈ ਤਾਂ ਉਹਦੇ ਵਿੱਚ ਗਿਆਨੀ ਸਾਬਕਾ ਗਿਆਨੀ ਜੋ ਇਕਬਾਲ ਸਿੰਘ ਨੇ ਉਹ ਵੀ ਸ਼ਾਮਲ ਹੁੰਦੇ ਨੇ, ਲੇਕਿਨ ਵਿਵਾਦ ਵੱਧ ਜਾਂਦਾ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਜੋ ਉਹਨਾਂ ਦੀ ਗੱਦੀ ਹੈ ਸੰਤ ਗੁਰਚਰਨ ਸਿੰਘ ਦੀ, ਉਸ ਨੂੰ ਲੈ ਕੇ ਹੀ ਜਿਹੜਾ ਵਿਵਾਦ ਹੈਗਾ ਵਾ, ਤਾਂ ਉਹਦੇ ਵਿੱਚ ਜਿਹੜੀ ਲਗਾਤਾਰ ਦੋ ਧਿਰਾਂ ਜਿਹੜੀਆਂ ਆਪਸ ਵਿੱਚ ਭਿੜਦੀਆਂ ਨੇ। ਹੁਣ ਜੋ ਮੌਕੇ ਦੇ ਹਾਲਾਤ ਨੇ ਉਹਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ, ਔਰ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਗਿਆਨੀ ਇਕਬਾਲ ਸਿੰਘ ਨੇ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਅਜੇ ਕਮਰੇ ਦੇ ਵਿੱਚ ਡੱਕਿਆ ਹੋਇਆ ਹੈ, ਲੇਕਿਨ ਦੂਜੇ ਪਾਸੇ ਜਿਹੜੀ ਪੁਲਿਸ ਵੱਲੋਂ ਮਾਮਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅਜੇ ਤੱਕ ਜਿਹੜਾ ਫਿਲਹਾਲ ਜਿਹੜਾ ਗਿਆਨੀ ਆਪਣੇ ਸੰਤ ਗੁਰਚਰਨ ਸਿੰਘ ਨੇ ਉਹਨਾਂ ਦਾ ਸੰਸਕਾਰ ਵੀ ਨਹੀਂ ਹੋ ਸਕਿਆ ਜੀ। ਮਤਲਬ ਇਹ ਗੱਦੀ ਜਿਹੜੀ ਉਸ ਕੀ ਕੋਈ ਡੇਰਾ ਹੈ, ਗੁਰਦੁਆਰਾ ਸਾਹਿਬ ਹੈ, ਸਮਝਾਓ ਕਿ ਉੱਥੇ ਗੱਦੀ
ਕਿਸ ਤਰੀਕੇ ਨਾਲ ਇਹਨੂੰ ਲੈ ਕੇ ਵਿਵਾਦ ਹੈ? ਬਿਲਕੁਲ ਇੱਥੇ ਜਿਹੜੇ ਜੀ ਗੋਦਰਾ ਸ਼੍ਰੀ ਦਮਦਮਾ ਸਾਹਿਬ ਪਿੰਡ ਠੱਟਾ ਹੈ, ਇਹਨਾਂ ਦਾ ਇੱਕ ਇਤਿਹਾਸ ਹੈ। ਸੰਤ ਬੀਰ ਸਿੰਘ ਦਰੰਗਾਬਾਦ ਵਾਲੇ ਜਿਹੜੇ ਉਹਨਾਂ ਦੇ ਨਾਲ ਜੁੜੇ ਗੋਦਰਾ ਸਾਹਿਬ ਨੇ, ਉੱਥੋਂ ਦਾ ਜਿਹੜੇ ਜੋ ਉੱਥੋਂ ਦਾ ਕਹਿ ਸਕਦੇ ਆਪਾਂ ਕਿ ਗੋਦਰਾ ਸਾਹਿਬ ਦਾ ਜੋ ਇਤਿਹਾਸ ਹੈ ਉਹਦੇ ਮੁਤਾਬਕ ਇੱਥੇ ਜੋ ਗੱਦੀ ਹੈ ਉਹ ਸੰਤ ਗੁਰਚਰਨ ਸਿੰਘ ਹੋਣਾ ਕੋਲ ਸੀਗੀ, ਔਰ ਇਹਦੇ ਉੱਪਰ ਪਹਿਲਾਂ ਵੀ ਕੁਝ ਵਿਵਾਦ ਰਿਹਾ ਹੈ। ਲੇਕਿਨ ਹੁਣ ਜੋ ਜਿਹੜੀ ਤਾਜ਼ਾ ਸਥਿਤੀ ਅੱਜ ਦੀ ਹੈ, ਜਦੋਂ ਕੱਲ ਉਹ ਬਜ਼ੁਰਗ ਸਭਾ ਵਿੱਚ ਉਹਨਾਂ ਦਾ ਅਕਾਨ ਚਲਾਣਾ ਹੁੰਦਾ ਹੈ, ਤਾਂ ਉਸ ਤੋਂ ਬਾਅਦ ਜਿਹੜਾ ਅੱਜ ਉੱਥੇ ਗੱਦੀ ਨੂੰ ਲੈ ਕੇ ਹੀ ਕੁਝ ਗੱਲ ਹੋਈ ਸੀ, ਜਿਸ ਤੋਂ ਬਾਅਦ ਜਿਹੜਾ ਵਿਵਾਦ ਹੋਇਆ ਸੀ। ਮੈਂ ਦੋ ਚੀਜ਼ਾਂ ਹੋਰ ਜਾਣਨੀਆਂ ਚਾਹੁੰਦਾ, ਛੋਟੀਆਂ ਜਗਜੀਤ। ਇੱਕ ਤਾਂ ਜਿਹੜੇ ਇਕਬਾਲ ਸਿੰਘ ਨੇ ਸਾਬਕਾ ਜਥੇਦਾਰ, ਉਹਨਾਂ ਨੂੰ ਕਮਰੇ 'ਚ ਬੰਦ ਕਿਉਂ ਕੀਤਾ ਗਿਆ, ਤੇ ਦੂਜਾ ਪੁਆਇੰਟ ਇਹ ਵੀ ਸਮਝਣਾ ਚਾਹੁੰਦੇ ਆ ਕਿ ਅੰਤਿਮ ਸੰਸਕਾਰ ਨੂੰ ਲੈ ਕੇ ਹੁਣ ਕੀ ਅਪਡੇਟ ਹੈ? ਸੰਸਕਾਰ ਕਰਨ ਨੂੰ ਲੈ ਕੇ ਦੋਵੇਂ ਧਿਰਾਂ ਹੁਣ ਤੱਕ ਰਾਜ਼ੀ ਨਹੀਂ ਹੋਈਆਂ ਨੇ। ਗੌਰਵ, ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਸੰਸਕਾਰ ਨਹੀਂ ਹੋ ਸਕਿਆ, ਲੇਕਿਨ ਜੋ ਉਹਨਾਂ ਨੂੰ ਅੰਦਰ ਬੰਦ ਕਰਨ ਦੀ ਵਜ੍ਹਾ ਜਿਹੜੀ ਇਹ ਦੱਸੀ ਜਾ ਰਹੀ ਹੈ, ਸੰਸਕਾਰ ਤੋਂ ਪਹਿਲਾਂ ਜਦੋਂ ਅਰਦਾਸ ਹੁੰਦੀ ਹੈ ਤਾਂ ਸ਼ਾਇਦ ਉਹਦੇ ਵਿੱਚ ਕੋਈ ਅਜਿਹੀ ਗੱਲ ਕਹਿ ਦਿੱਤੀ ਜਾਂਦੀ ਹੈ ਜਿਹਦੇ ਤੋਂ ਦੂਜੀ ਧਿਰ ਜਿਹੜੀ ਭੜਕ ਜਾਂਦੀ ਹੈ, ਤਾਂ ਉਹਨਾਂ ਵੱਲੋਂ ਮਾਫੀ ਦੀ ਗੱਲ ਕਹੀ ਜਾਂਦੀ ਸੀ, ਲੇਕਿਨ ਉਹਦੇ ਵਿੱਚ ਦੋਨਾਂ ਦੇ ਵਿੱਚ ਵਿਵਾਦ ਹੋਇਆ ਹੈ। ਲੇਕਿਨ ਅਜੇ ਤੱਕ ਜਿਹੜਾ ਸੰਸਕਾਰ ਨਹੀਂ ਹੋ ਪਾਇਆ। ਪੁਲਿਸ ਮੌਕੇ ਤੇ ਆ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਕਪੂਰਥਲਾ ਤੋਂ ਖਬਰ ਹੈ ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ ਨੇ, ਔਰ ਜਿਹੜੇ ਗਿਆਨੀ ਗੁਰਚਰਨ ਸਿੰਘ ਉਹਨਾਂ ਦਾ ਦੇਹਾਂਤ ਹੋਇਆ ਤੇ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਇਹ ਪੂਰਾ ਵਿਵਾਦ ਖੜਾ ਹੋ ਗਿਆ ਗੱਦੀ ਨੂੰ ਲੈ ਕੇ। ਇਸ ਗੁਰਦੁਆਰਾ ਸਾਹਿਬ ਦੀ ਗੱਦੀ ਨੂੰ ਲੈ ਕੇ, ਜਾਂ ਕਹੀਏ ਕਿ ਪ੍ਰਬੰਧ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ ਨੇ, ਔਰ ਸੰਸਕਾਰ ਵੀ ਨਹੀਂ ਹੋਇਆ ਫਿਲਹਾਲ। ਇਸ ਵਿਚਾਲੇ ਪੁਲਿਸ ਵੀ ਉੱਥੇ ਪਹੁੰਚੀ ਹੋਈ। रुख करते मनीष सिसोदिया इस समय दिल्ली के उप मुख्यमंत्री ने प्रेस कॉन्फ्रेंस कर रहे हैं। सीधा रुख करते उन्होंने प्रेस कॉन्फ्रेंस का। अब आप सोच के देखिए कि अगर केजरीवाल जी के एक रोड शो से हिमाचल की जनता को इतना फायदा हो सकता है, तो कल केजरीवाल जी के नेतृत्व में हिमाचल प्रदेश में सरकार बन गई, उनके मार्गदर्शन में चलने वाली सरकार बन गई, जो केजरीवाल मॉडल ऑफ गवर्नेंस पर काम करेगी, तो हिमाचल के लोगों को कितना फायदा होगा। जब एक बार रोड शो करने से जनता को इतना फायदा है, तो कल को केजरीवाल जी के मॉडल पे काम करने वाली सरकार बनाने से कितना फायदा होगा। ये बात हिमाचल के लोगों को भी मैं रिक्वेस्ट करूंगा कि एक बार समझें, और साथ साथ ये भी समझें कि बीजेपी की ये घोषणाएं दिखावा है, धोखा है। भारतीय जनता पार्टी पूरी तरह से भ्रष्ट पार्टी है। इसका कोई मतलब नहीं है जनता को कोई चीज़ सस्ते में देने का या जनता को महंगाई से बचाने का। वो जनता को किसी भी तरह की कोई सुविधा देने में भारतीय जनता पार्टी कभी यकीन नहीं रखती। ये तो केवल आम आदमी पार्टी का खौफ है कि भारतीय जनता पार्टी को आज मजबूर होना पड़ा है दिल्ली की तरह से कुछ योजनाएं कॉपी करके आधी अधूरी रूप में घोषित करने के लिए। इसीलिए आज इन्होंने चुनाव के डर से ये घोषणाएं हिमाचल प्रदेश में की हैं। सच्चाई ये है कि अगर दोबारा वहाँ पे भारतीय जनता पार्टी आ गई तो ये सारी योजनाएं वापस ले लेगी, क्योंकि पूरे देश में इनकी जहाँ जहाँ सरकारें हैं, इन्होंने बिजली महंगी की है, इन्होंने बसें यात्राएं महंगी की हैं, इन्होंने हर चीज़ महंगी की है। इन्होंने कभी भी इसमें यकीन ही नहीं किया कि जनता को सस्ते में ईमानदारी से चीज़ें दी जाएं। मैं हिमाचल प्रदेश की जनता को भी आज कहना चाहता हूं कि इनके झांसे में मत आना, आम आदमी पार्टी को ही वोट देना, आम आदमी पार्टी की ही सरकार बनवाना, ताकि और ये सोच के देखना कि जब आम आदमी पार्टी के चुनाव लड़ने के ऐलान से ही भारतीय जनता पार्टी इतनी घबरा गई है, और आम आदमी पार्टी के चुनाव लड़ने की आहट से ही हिमाचल प्रदेश में बिजली सस्ती होने लगी, हिमाचल प्रदेश में बस का यात्रा फ्री सस्ती होने लगी, पानी फ्री होने लगा, तो सोचो आम आदमी पार्टी की कल हिमाचल प्रदेश में सरकार बन जाएगी तो कितना फ़ायदा वहाँ की जनता को होगा। मैं इसीलिए कहना चाहता हूँ कि सब मिलकर आम आदमी पार्टी को ही जिताना, इनके झांसे में मत आना। थैंक यू। स्कूल और जो दिल्ली के स्कूल या हॉस्पिटल है उसको लेकर भी वहाँ हिमाचल सरकार ਤਾਂ ਮਨੀਸ਼ ਸਿਸੋਦੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਨੂੰ ਲੈ ਕੇ, ਹਿਮਾਚਲ ਦੀ ਸਰਕਾਰ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ। ਹਿਮਾਚਲ ਸਰਕਾਰ ਨੇ ਅੱਜ 50% ਮਹਿਲਾਵਾਂ ਦੇ ਲਈ ਬੱਸਾਂ ਦੇ ਕਿਰਾਏ ਦੇ ਵਿੱਚ ਛੋਟ ਦਿੱਤੀ ਹੈ। 125 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਵਿਚਾਲੇ ਹੁਣ ਮਨੀਸ਼ ਸਿਸੋਦੀਆ ਆ ਕੇ ਕਹਿ ਰਹੇ ਨੇ ਕਿ ਇਫੈਕਟ ਹੈ ਆਮ ਆਦਮੀ ਪਾਰਟੀ ਦਾ, ਕਿ ਆਮ ਆਦਮੀ ਪਾਰਟੀ ਨੇ ਕਦਮ ਰੱਖਿਆ। ਇੱਕ ਰੋਡ ਸ਼ੋਅ ਕੀਤਾ ਗਿਆ 6 ਅਪ੍ਰੈਲ ਨੂੰ ਮੰਡੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ, ਤੇ ਉਸ ਦਾ ਇਫੈਕਟ ਇਸ ਤਰੀਕੇ ਦਾ ਕਿ ਲੋਕਾਂ ਨੂੰ ਇੰਨੀਆਂ ਸਹੂਲਤਾਂ ਮਿਲ ਗਈਆਂ। ਖੈਰ ਆਪੋ ਆਪਣੇ ਤਰੀਕੇ ਦੇ ਨਾਲ अपनी गल रखने की कोशिश जरूर की जा रही है। मनीष सिसोदिया प्रेस कॉन्फ्रेंस दिल्ली दे विच करते हुए नजर आए।
ਅਗਲੀ ਖਬਰ ਦਾ ਰੁਖ ਕਰਦੇ ਹਾਂ। ਰਾਜਪਾਲ ਨੂੰ ਮਿਲਿਆ ਹਵਾਰਾ ਕਮੇਟੀ ਦਾ ਵਫਦ। ਸਜ਼ਾ ਪੂਰੀ ਕਰ ਚੁੱਕੇ 12 ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਸਾਬਕਾ ਸੀਐਮ ਬਿਆਨ ਸਿੰਘ ਕਤਲकांड ਦੇ 3 ਦੋਸ਼ੀ ਵੀ ਇਹਨਾਂ 12 ਦੇ ਵਿੱਚ ਸ਼ਾਮਲ ਨੇ। ਰਾਜਪਾਲ ਨੇ ਕਿਹਾ ਕਿ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ, ਇਸ ਕਰਕੇ ਰਾਸ਼ਟਰਪਤੀ ਨੂੰ ਇਹ ਫਾਈਲ ਭੇਜੀ ਜਾਵੇਗੀ। ਜੋ ਤੁਹਾਡੀ ਮੰਗ ਹੈ ਉਸ ਮੁਤਲਕ ਜੋ ਫਾਈਲ ਹੈ ਉਹ ਭੇਜੀ ਜਾਵੇਗੀ। ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗਾਂ ਉੱਠਦੀਆਂ ਰਹੀਆਂ ਨੇ ਪੰਜਾਬ ਦੇ ਵਿੱਚ, ਤੇ ਹੁਣ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ, ਇਸ ਕਮੇਟੀ ਦੇ ਵੱਲੋਂ ਹਵਾਰਾ ਕਮੇਟੀ ਦੇ ਵੱਲੋਂ ਇਸ ਦੇ ਵਫਦ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਸੂਬੇ ਦੇ ਰਾਜਪਾਲ ਦੇ ਨਾਲ 12 ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰ ਹੋ ਰਿਹਾ ਕਿ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। हम जो हमारे बंदी सिंह हैं सामने देख के तकरीबन उनको उम्र कैद कोर्ट से हुई थी, पर वो उसके बावजूद भी इतनी सजाएं काट चुके कि 25, 27, 28 साल काट चुके, पर उनकी रिहाई नहीं हो रही कोई। हमने 11 जनवरी को एक मार्च निकाला था श्री फतेहगढ़ साहब से चंडीगढ़ तक। उस दिन हमारी गवर्नर साहब से मीटिंग हुई थी। उनने हमारे से वादा किया था कि जो सजाएं पूरी कर चुके हैं उनकी रिहाई है, जो बनती रिहाई है, मैं जल्दी से शीघ्र उनकी रिहाई कराऊंगा। पर आज हम उसके बारे में गवर्नर साहब से मिले हैं। गवर्नर साहब ने किया भी ये मेरे अधिकार क्षेत्र से बाहर है, पर फिर मैं अब उसकी रिकमेंडेशन बनाकर राष्ट्रपति साहब को भेज दी। आप उनसे मिल लेना। आने वाले दिनों में हम उनको मिलने की कोशिश करें। ਅਗਲੀ ਖਬਰ ਦਾ ਰੁਖ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਨੇ ਸਮਰਾਲਾ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਹੈ। ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਹੈ। ਮੰਡੀ ਦੇ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ। ਕਿਸਾਨਾਂ ਦੇ ਲਈ ਬਾਰਡਰ ਖੋਲੇ ਸਰਕਾਰ, ਇਹ ਵੀ ਸਿੱਧੂ ਨੇ ਮੰਗ ਕੀਤੀ। ਕਿਸਾਨ ਆਪਣੀ ਫਸਲ ਖੁਦ ਵੇਚੇਗਾ। ਕਿਸਾਨਾਂ ਤੋਂ ਸਸਤੀ ਕਣਕ ਸਰਕਾਰ ਦੇ ਵੱਲੋਂ ਖਰੀਦੀ ਜਾ ਰਹੀ ਹੈ। ਕੌਮਾਂਤਰੀ ਮਾਰਕੀਟ ਦੇ ਵਿੱਚ ਵੱਧ ਰੇਟਾਂ ਦੇ ਉੱਤੇ ਕਣਕ ਵੇਚੀ ਜਾ ਰਹੀ ਹੈ। ਸਰਕਾਰ ਕਿਸਾਨਾਂ ਨੂੰ ਮੁਨਾਫੇ ਦਾ 500 ਰੁਪਏ ਪ੍ਰਤੀ ਕੁਇੰਟਲ ਦੇਵੇ, ਇਹ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮੰਗ ਕੀਤੀ ਗਈ ਹੈ। ਸਿੱਧੂ ਨੇ ਮਾਨ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ। ਮਾਨ ਸਰਕਾਰ 10 ਰੁਪਏ ਡੀਜ਼ਲ ਤੇ 5 ਰੁਪਏ ਪੈਟਰੋਲ ਦਾ ਰੇਟ ਘੱਟ ਕਰੇ, ਇਹ ਮੰਗ ਕੀਤੀ ਗਈ। ਖੈਰ ਮੰਡੀਆਂ ਦਾ ਦੌਰਾ ਕਰ ਰਹੇ ਨੇ। ਸਮਰਾਲਾ ਪਹੁੰਚੇ ਹੋਏ ਸੀ ਨਵਜੋਤ ਸਿੰਘ ਸਿੱਧੂ। ਕਣਕ ਖਰੀਦ ਦਾ ਜਾਇਜ਼ਾ ਲਿਆ। ਕਿਸਾਨਾਂ ਦੇ ਨਾਲ ਉੱਥੇ ਗੱਲਬਾਤ ਕੀਤੀ ਹੈ। ਅਧਿਕਾਰੀਆਂ ਦੇ ਨਾਲ ਜਿਹੜੇ ਮੌਕੇ ਦੇ ਉੱਤੇ ਮੌਜੂਦ ਸਨ ਉਹਨਾਂ ਦੇ ਨਾਲ ਗੱਲਬਾਤ ਕੀਤੀ, ਤੇ ਇਸ ਵਿਚਾਲੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਸੂਬਾ ਸਰਕਾਰ ਰਹੀ ਤੇ ਕੇਂਦਰ ਦੀ ਸਰਕਾਰ ਵੀ ਰਹੀ। यूक्रेन ਤੇ ਰਸ਼ੀਆ ਦੀ ਲੜਾਈ ਕਰਕੇ 25% ਕਣਕ ਇੰਟਰਨੈਸ਼ਨਲ ਮਾਰਕੀਟ 'ਚ ਘਟ ਗਈ। ਇੱਕ ਖਲਾ ਆ ਗਿਆ, 25% ਇਹ ਘਟ ਗਈ, ਉੱਥੇ ਲੱਗੀ ਨਹੀਂ ਰਹੀ ਕਣਕ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਕਣਕ ਅੰਤਰਰਾਸ਼ਟਰੀ ਮਾਰਕੀਟ 'ਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ 2200 ਮਿਲਦੀ ਸੀ ਉਹ ਅੱਜ 3500 ਮਿਲਦੀ ਹੈ। 3500 ਕਣਕ ਦੀ ਡਿਮਾਂਡ ਇੰਨੀ ਵੱਧ ਗਈ, ਭਾਵੇਂ ਝਾੜ ਘਟ ਗਿਆ ਲੇਕਿਨ ਕਣਕ ਦੀ ਡਿਮਾਂਡ ਇੰਨੀ ਵੱਧ ਗਈ ਵੀ ਅੱਜ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕਣਕ 3500 ਦੀ ਹੈ। ਤੇ ਜੇ ਭਾਰਤ ਸਰਕਾਰ 2000 ਨੂੰ ਚੁੱਕਦੀ ਹੈ, ਤੇ ਜੇ 2000 ਨੂੰ ਚੁੱਕਦੀ ਹੈ ਤੇ 3500 ਨੂੰ ਵਿਕ ਰਹੀ ਹੈ। ਇਸੇ ਕਰਕੇ ਜਿਹੜੇ ਪ੍ਰਾਈਵੇਟ ਪਲੇਅਰ ਵੀ ਚੁੱਕ ਰਹੇ ਨੇ ਉਹ 200 ਰੁਪਏ ਵੱਧ ਲੈ ਕੇ 1300 ਕਮਾ ਰਹੇ ਨੇ ਉਸੇ ਦਿਨ। ਇਸ ਕਰਕੇ ਮੇਰਾ ਭਾਰਤ ਸਰਕਾਰ ਨੂੰ ਵਿਨਮਰ ਬੇਨਤੀ ਹੈ ਕਿ ਕਿਸਾਨ ਦੇ ਕੋਲ ਸਟੋਰੇਜ ਹੈ ਨਹੀਂ। ਮੈਂ ਪਹਿਲਾਂ ਦਾ ਰੌਲਾ ਪਾਉਂਦਾ ਰਿਹਾ, ਲੋਕੀ ਸਰਕਾਰਾਂ ਬਣਾਉਣ ਤੋਂ ਲਏ ਹੋਏ ਸੀ ਤੇ ਮੈਂ ਉਦੋਂ ਪੰਜਾਬ ਦੀਆਂ ਗੱਲਾਂ ਕਰਦਾ ਸੀ। ਮੈਂ ਉਦੋਂ ਵੀ ਕਹਿੰਦਾ ਸੀ ਸਟੋਰੇਜ ਹੈ ਨਹੀਂ ਪੰਜਾਬ ਦੇ ਕਿਸਾਨ ਕੋਲ, ਉਹਦੀ ਮਜਬੂਰੀ ਹੈ ਕਣਕ ਇੱਥੇ ਧਰਨੀ ਔਰ ਵੇਚਣੀ। ਲੇਕਿਨ ਉਹਦੀ ਮਜਬੂਰੀ, ਉਹਦੀ ਕਮਜ਼ੋਰੀ ਨਾ ਸਮਝੀ ਜਾਵੇ, ਉਹਨੂੰ ਉਹਦਾ ਬਣਦਾ ਹੱਕ ਮਿਲੇ। ਉਹ ਇੱਜ਼ਤ ਦੀ ਰੋਟੀ ਦੇ ਖਾਤਰ ਲੜਿਆ ਪਹਿਲਾਂ, ਹੁਣ ਵੀ ਲੜ ਸਕਦਾ। ਆੜਤੀਆ ਯੂਨੀਅਨ ਖੜੀ ਹੈ, ਸਭ ਦਾ ਫਾਇਦਾ ਹੋਵੇ। ਪ੍ਰਾਈਵੇਟ ਮੰਡੀਆਂ ਦੇ ਵਿੱਚੋਂ ਜਦੋਂ ਕਣਕ 200 ਰੁਪਏ ਮਹਿੰਗੀ ਦਿੱਤੀ ਜਾਂਦੀ ਹੈ ਤੇ ਮੰਡੀ ਫੀਸ ਨਹੀਂ ਆਉਂਦੀ, ਜਿਹੜੀਆਂ ਸੜਕਾਂ ਬਣਦੀਆਂ 4000 5000 ਕਰੋੜ ਰੁਪਏ ਦੀਆਂ, ਉਹ ਬਣਨੋਂ ਹਟ ਜਾਣਗੀਆਂ। ਉਧਰ ਮੰਡੀ ਦੇ ਦੌਰੇ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਸਮਰਾਲਾ ਪਹੁੰਚੇ ਹੋਏ ਸਨ। ਇਹ ਮੰਡੀ ਮਾਛੀਵਾੜਾ ਦੀ ਸੀ, ਸਮਰਾਲਾ ਦੇ ਬਹੁਤ ਨੇੜੇ ਪੈਂਦਾ। ਉਧਰ ਸਮਰਾਲਾ ਸਿੱਧੂ ਪਹੁੰਚੇ ਸੀ ਅਤੇ ਉੱਥੇ ਕਾਂਗਰਸ ਤੋਂ ਬਾਹਰ ਕੀਤੇ ਗਏ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਜਾ ਕੇ ਉਹਨਾਂ ਨੇ ਇੱਕ ਮੁਲਾਕਾਤ ਕੀਤੀ। ਇਸ ਦੌਰਾਨ ਕਈ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਲ ਰਹੇ। ਅਸ਼ਵਨੀ ਸੇਖੜੀ, ਸੁਖਿੰਦਰ ਡੈਨੀ, ਹਰਦਿਆਲ ਕੰਬੋਜ ਤੇ ਨਾਜਰ ਸਿੰਘ ਮਾਨਸ਼ਾਹੀਆ ਸਿੱਧੂ ਦੇ ਨਾਲ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਜਦੋਂ ਸਿੱਧੂ ਸਮਰਾਲਾ ਦੇ ਵਿੱਚ ਨੇ ਤਾਂ ਉਹਨਾਂ ਦੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਹੋਏ ਨੇ।
ਵੜਿੰਗ ਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਵਿੱਚ ਓਪੀ ਸੋਨੀ, ਰਾਜਕੁਮਾਰ ਵੇਰਕਾ, ਗੁਰਜੀਤ ਔਜਲਾ ਸ਼ਾਮਲ ਨੇ। ਬਾਅਦ ਦੇ ਵਿੱਚ ਸਥਾਨਕ ਆਗੂਆਂ ਤੇ ਕਾਉਂਸਲਰਸ ਦੇ ਨਾਲ ਵੀ ਵੜਿੰਗ ਨੇ ਮੀਟਿੰਗ ਕੀਤੀ। ਇਸ ਸਭ ਦੇ ਵਿਚਾਲੇ ਅੰਮ੍ਰਿਤਸਰ ਨਾਲ ਹੀ ਸੰਬੰਧ ਰੱਖਣ ਵਾਲੇ ਪੁਰਾਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਉਹ ਗੈਰ ਹਾਜ਼ਰ ਰਹੇ। ਜਦੋਂ ਵੜਿੰਗ ਤੋਂ ਸਿੱਧੂ ਦੀ ਗੈਰ ਹਾਜ਼ਰੀ ਤੇ ਸਵਾਲ ਪੁੱਛਿਆ ਗਿਆ ਤਾਂ ਵੜਿੰਗ ਨੇ ਕਿਹਾ ਕਿ ਸਿੱਧੂ ਅੱਜ ਸਮਰਾਲਾ ਜਾ ਰਹੇ ਨੇ, ਜਿਸ ਕਰਕੇ ਮੁਲਾਕਾਤ ਨਹੀਂ ਹੋ ਸਕੀ ਹੈ। ਖੈਰ, ਇਹ ਮਹਿਜ਼ ਇੱਕ ਇਤਫਾਕ ਹੈ ਕਿ ਵੜਿੰਗ ਉੱਥੇ ਪਹੁੰਚੇ ਤੇ ਸਿੱਧੂ ਗੈਰ ਹਾਜ਼ਰ ਸੀ, ਜਾਂ ਫਿਰ ਇਹ ਨਾਰਾਜ਼ਗੀ ਦਾ ਇੱਕ ਤਰੀਕਾ ਹੈ ਕਿ ਤੁਸੀਂ ਮਿਲਣ ਆਓ ਤੇ ਮੈਂ ਘਰ ਨਾ ਮਿਲਾਂ, ਤਾਂ ਇਹ ਵੀ ਇੱਕ ਨਾਰਾਜ਼ਗੀ ਦਾ ਤਰੀਕਾ ਕਿਹਾ ਜਾਂਦਾ ਹੈ। ਖੈਰ, ਚਰਚਾਵਾਂ ਨੇ ਇਹਨਾਂ ਦੇ ਉੱਤੇ ਹੋ ਸਕਦੀਆਂ ਨੇ। ਅੰਮ੍ਰਿਤਸਰ ਦੇ ਵਿੱਚ ਵੜਿੰਗ ਸੀ, ਸਮਰਾਲਾ ਦੇ ਵਿੱਚ ਸਿੱਧੂ ਸੀ। ਵੜਿੰਗ ਅੰਮ੍ਰਿਤਸਰ ਯਾਨੀ ਸਿੱਧੂ ਦੇ ਘਰ ਪਹੁੰਚੇ ਹੋਏ ਸੀ, ਉੱਥੇ ਉਹ ਨਹੀਂ ਮਿਲੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅੱਜ ਗੁਰੂ ਨਗਰੀ ਪਹੁੰਚੇ। ਅੱਜ ਉਹਨਾਂ ਵੱਲੋਂ ਗੁਰੂ ਨਗਰੀ ਦੇ ਨਾਲ ਸੰਬੰਧਿਤ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਔਰ तमाम ਜਿਹੜੇ ਕੌਂਸਲਰ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ। ਰਾਜਾ ਜੀ, ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆਪਸੀ ਗੁੱਟਬਾਜੀ ਹੈ ਉਹ ਹਾਰ ਦਾ ਵੀ ਕਾਰਨ ਬਣੀ ਸੀ, ਔਰ ਹੁਣ ਵੀ ਉਹ ਗੁੱਟਬਾਜੀ ਕਿਤੇ ਨਾ ਕਿਤੇ ਇੱਕ ਵੱਡਾ ਕਾਰਨ ਬਣ ਰਹੀ ਹੈ ਕਾਂਗਰਸ ਨੂੰ ਇਕੱਠਾ ਕਰਨ ਦੇ ਵਿੱਚ। ਠੀਕ ਹੋ ਜਾਏਗੀ ਜੀ ਗੁੱਟਬਾਜੀ, ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਅਜੇ ਪ੍ਰਧਾਨ ਬਣਿਆ ਨੂੰ ਕੇਵਲ 4-5 ਦਿਨ ਹੋਏ ਹੈ, ਔਰ ਮੈਨੂੰ ਲੱਗਦਾ ਹੈ ਕਿ ਮੈਨੂੰ ਪੂਰਨ ਯਕੀਨ ਹੈ ਆਪਦੇ ਆਪ ਤੇ ਔਰ तमाम ਕਾਂਗਰਸ ਤੇ ਉਹਨਾਂ ਲੀਡਰ ਸਾਹਿਬਾਨਾਂ ਤੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁੱਟਬਾਜੀ ਬਿਲਕੁਲ ਮੁਕੰਮਲ ਤੌਰ ਤੇ ਖਤਮ ਕਰ ਦੇਵਾਂਗੇ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੈਰ ਹਾਜ਼ਰੀ ਹੈ ਉਹਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਇੱਕ ਪਾਸੇ ਤੁਸੀਂ ਅੰਮ੍ਰਿਤਸਰ ਪਹੁੰਚੇ ਹੋ, ਉਹ ਸਮਰਾਲੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹੋ, ਪਹਿਲਾਂ ਵੀ ਸ਼ਕਤੀ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਜਾਂਦਾ ਰਿਹਾ। ਦੇਖੋ ਜੀ, ਕੋਈ ਅਗਲੇ ਦਾ ਨਿੱਜੀ ਮਾਮਲਾ ਹੋ ਸਕਦਾ ਹੈ, ਮੈਂ ਉਹਦੇ ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਦੂਜੀ ਗੱਲ, ਹਰ ਵਿਅਕਤੀ ਦਾ ਅਧਿਕਾਰ ਹੈ ਕਿ ਉਹ, ਜ਼ਰੂਰੀ ਨਹੀਂ ਕਿ ਮੈਂ ਆਇਆ ਉੱਥੇ ਪੀਸੀਸੀ ਪ੍ਰਧਾਨ ਹੈ ਤਾਂ ਕੋਈ ਵਿਅਕਤੀ, ਹਰ ਵਿਅਕਤੀ ਉੱਥੇ ਸ਼ਾਮਲ ਹੋਵੇ। ਕੋਈ ਗੱਲ ਨਹੀਂ, ਇਹ ਸਭ ਠੀਕ ਹੋ ਜਾਏਗਾ ਆਉਣ ਵਾਲੇ ਸਮੇਂ 'ਚ, ਚਿੰਤਾ ਨਾ ਕਰੋ। ਜੀ, ਅੱਜ तमाम ਲੀਡਰਾਂ ਦੇ ਨਾਲ ਬੈਠਕ ਕੀਤੀ, ਕੀ ਮੁੱਖ ਕਾਰਨ ਕੀ ਨਜ਼ਰ ਆਏ ਜਿਹੜੀ ਹਾਰ ਹੋਈ ਹੈ? ਕਿਉਂਕਿ ਮੰਥਨ ਕੀਤਾ ਜਾ ਰਿਹਾ ਲਗਾਤਾਰ, ਤੁਹਾਨੂੰ ਕੀ ਲੱਗਾ ਕਿਤੇ ਕਮੀ ਰਹੀ ਹੈ? ਤੁਹਾਨੂੰ ਲੱਗਦਾ ਹੈ ਕਿ 2 ਘੰਟੇ 'ਚ ਮੰਥਨ ਹੋ ਸਕਦਾ ਹੈ? ਇਹ ਗੱਲਾਂ ਕਰ ਰਹੇ ਹੈ, ਫਿਰ ਹੌਲੀ ਹੌਲੀ ਇਹਨੂੰ ਕੰਪਾਈਲ ਕੀਤਾ ਜਾਊਗਾ। ਕੀ ਕਮੀਆਂ ਰਹੀਆਂ, ਇਹਦੇ ਵੱਖ-ਵੱਖ ਕਾਰਨ ਹਨ। ਇਨਡਿਸਿਪਲਿਨ ਵੀ ਇੱਕ ਕਾਰਨ ਹੈ, ਗੁੱਟਬਾਜੀ ਵੀ ਇੱਕ ਕਾਰਨ ਹੈ, ਮਿਹਨਤ ਦੀ ਹੋਰ ਲੋੜ ਸੀ। ਇਹ ਕਾਫੀ ਗੱਲਾਂ ਹੈ। ਪਰ ਰਾਜਾ ਵੜਿੰਗ ਲਈ ਇਹ ਕੋਈ ਵੱਡਾ ਚੈਲੰਜ ਵੀ ਹੈ ਇੱਕ ਇਕੱਠਾ ਕਰਨਾ ਸਾਰਿਆਂ ਨੂੰ? ਮੈਨੂੰ ਨਹੀਂ ਲੱਗਦਾ ਇਹ ਕੋਈ ਚੈਲੰਜ ਹੈ। ਰਾਜਾ ਵੜਿੰਗ ਨੇ ਤਾਂ ਹਮੇਸ਼ਾ ਹੀ ਚੈਲੰਜਸ ਦਾ ਸਾਹਮਣਾ ਕੀਤਾ ਹੈ। ਮੈਂ 2012 ਚ ਜਦੋਂ ਟਿਕਟ ਮਿਲੀ, ਮੈਨੂੰ ਉਸ ਇਲਾਕੇ ਤੋਂ ਟਿਕਟ ਮਿਲੀ ਜਿੱਥੇ ਕਦੇ 46 ਸਾਲ ਕਾਂਗਰਸ ਜਿੱਤੀ ਹੀ ਨਹੀਂ। ਆਲ ਇੰਡੀਆ ਦਾ ਪ੍ਰੈਜ਼ੀਡੈਂਟ ਬਣਾਇਆ, ਉਦੋਂ ਯੂਪੀਏ ਗਈ ਸੀ। ਤੇ ਇਸ ਵਾਰੀ ਫਿਰ ਮੰਤਰੀ ਬਣਾਇਆ, ਫਿਰ ਵੱਡਾ ਚੈਲੰਜ ਸੀ। ਲੋਕ ਕਹਿੰਦੇ ਸੀ ਇਹ ਬਾਦਲਾਂ ਨੂੰ ਨੱਥ ਪਾ ਕੇ ਦਿਖਾਉਣ, ਮਾਫੀਆ ਤੋੜ ਕੇ ਪਰ ਦਿਖਾਉਣ। ਰਾਘਵ ਚੱਡਾ ਟਵੀਟ ਕਰਦੇ ਨੇ, ਕਹਿੰਦੇ ਚੱਲੇ ਕਾਰਤੂਸ ਹੈ ਸਾਰੇ ਅਕਾਲੀ ਤੇ ਕਾਂਗਰਸੀ। ਵੇਖੋ ਜੀ, ਹੁਣ ਰਾਘਵ ਚੱਡਾ ਜੀ ਦਾ ਜਿਹੜਾ ਸੈਲੂਨ ਤੇ ਉਹ ਲੈਕਮੀ ਸ਼ੋਅ ਤੇ ਕੈਟ ਵਾਕ ਕਰਦਾ ਹੈ, ਉਹ ਸਾਨੂੰ ਚੱਲੇ ਕਾਰਤੂਸ ਦੱਸੇ, ਇਹ ਰਾਘਵ ਚੱਡਾ ਜੀ ਨੂੰ ਸ਼ੋਭਾ। ਤਾਂ ਰਾਜਾ ਵੜਿੰਗ ਦੇ ਸਾਹਮਣੇ ਚੁਣੌਤੀ ਤਾਂ ਲਾਜ਼ਮੀ ਤੌਰ ਤੇ ਵੱਡੀ ਹੋਵੇਗੀ, ਇਕਜੁੱਟ ਵੀ ਕਰਨਾ ਤੇ ਦੂਜੇ ਪਾਸੇ ਵਾਪਸੀ ਸੱਤਾ ਦੇ ਵਿੱਚ ਲੈ ਕੇ ਵੀ ਆਉਣਾ। ਕਿ ਬਹੁਤ ਸਮਾਂ ਹੈ, 5 ਸਾਲ ਬਾਅਦ ਇਲੈਕਸ਼ਨ ਹੋਣੇ ਨੇ ਔਰ ਬਹੁਤ ਵੱਡੀ ਚੁਣੌਤੀ ਉਹਨਾਂ ਦੇ ਲਈ ਵੀ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ। ਰੁਕਨੇ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।